So good afternoon, everybody. आज जरा topic start कर रहे हैं. This is your unit number 4, and the नाम है that is collections. और इसको start ਕਰਨ ਤੋਂ ਪਹਿਲਾਂ मैं थोड़ा ਜਿਹਾ ਇਹਦੇ context ਦੇ ਵਿੱਚ ਤੁਹਾਡੇ ਨਾਲ ਪਹਿਲਾਂ ਗੱਲ ਕਰਨਾ ਚਾਹੁੰਦਾ ਸੀ. Second unit of syllabus ਦੇ ਵਿੱਚ collections ਦੇ context ਦੇ ਵਿੱਚ collection ਦੇ components ਦੇ context ਦੇ ਵਿੱਚ ਗੱਲ ਕੀਤੀ ਹੋਈ ਹੈ. ਹੁਣ ਜਦੋਂ ਮੈਂ in डिटेल ਤੁਹਾਨੂੰ ਕਲੈਕਸ਼ਨਸ ਬਾਰੇ ਗੱਲ ਕਰਾਂਗਾ ਤਾਂ ਤੁਹਾਨੂੰ ਉਹੀ ਜੋ ਅਸੀਂ ਚੈਪਟਰ ਨੰਬਰ 2 ਦੇ ਵਿੱਚ ਡਿਸਕਸ ਕੀਤਾ ਸੀ ਜਿਹਦੇ ਵਿੱਚ ਅਸੀਂ ਲਿਸਟ ਸੀ ਜਿਹਦੇ ਵਿੱਚ ਸੈਟ ਸੀ ਜਿਸ ਵਿੱਚ ਡਿਕਸ਼ਨਰੀ ਸੀ ਉਹ ਸਾਰੇ ਕੰਪੋਨੈਂਟਸ ਕਲੈਕਸ਼ਨਸ ਦੇ ਅੰਦਰ ਆते ਚੈਪਟਰ ਨੰਬਰ 2 ਦੇ ਵਿੱਚ ਸਟ੍ਰਿੰਗਸ ਦੀ ਗੱਲ ਕੀਤੀ ਸੀ ਸਟ੍ਰਿੰਗਸ ਦੇ ਵਿੱਚ ਮੈਂ ਲਿਸਟ ਦੀ ਵੀ ਗੱਲ ਕੀਤੀ ਸੀ ਉਹਦੇ ਵਿੱਚ ਸੈਟ ਦੀ ਵੀ ਗੱਲ ਕੀਤੀ ਸੀ ਉਹਦੇ ਵਿੱਚ ਡਿਕਸ਼ਨਰੀ ਦੀ ਵੀ ਗੱਲ ਕੀਤੀ ਸੀ ਇਹ ਸਾਰੇ ਦੇ ਸਾਰੇ ਅਗਰ ਇਫ ਆਈਲ ਟਾਕ ਅਬਾਊਟ ਦਿਸ ਪਾਰਟਿਕੂਲਰ ਥਿੰਗਸ ਇਹ ਸਾਰੇ ਦੇ ਸਾਰੇ ਅੰਡਰ ਦਿਸ ਪਾਰਟਿਕੂਲਰ ਟੌਪਿਕ ਕਲੈਕਸ਼ਨਸ ਆਉਂਦੇ ਹੈ ਸੋ ਫਸਟ ਥਿੰਗ ਕਲੈਕਸ਼ਨਸ ਹੈ ਕੀ ਹੈ ਨਵਾਂ ਨਾਮ ਹੈ ਨਵਾਂ ਟੌਪਿਕ ਹੈ ਮੈਂ ਬਿਫੋਰ ਇਸ ਟੌਪਿਕ ਨੂੰ ਸਟਾਰਟ ਕਰਾਂ ਮੈਂ ਤੁਹਾਨੂੰ ਪਹਿਲਾਂ ਇਹ ਆਈਡੀਆ ਦਿੱਤਾ ਕਲੈਕਸ਼ਨਸ ਹੈ ਕੀ collections in Python are containers that are used to store collection of data for Python. important point जरा note कर लियो collections are containers that are used to store collection of data ਇਹ ਤੋਂ ਇਹਦਾ ਨਾਮ ਬਣਿਆ ਹੈ ਅਗਰ ਮੈਂ ਜਨਰਲ ਗੱਲ ਕਰਾਂ ਇੱਕ ਰਾਜ ਦੀ ਗੱਲ ਕਰਾਂ collection ਦੇ ਕੰਟੈਕਸਟ ਦੇ ਵਿੱਚ collections are used to store collection of data ਜਿਸ ਤਰ੍ਹਾਂ ਅਸੀਂ C ਦੇ ਵਿੱਚ ਜਾਂ Java ਦੇ ਵਿੱਚ arrays ਦੇ ਕੰਟੈਕਸਟ ਦੇ ਵਿੱਚ ਗੱਲ ਕਰਦੇ ਸੀ array is a collection of homogeneous type of data C ਚ ਅਸੀਂ structure ਦੀ ਗੱਲ ਕਰਦੇ ਸੀ structure is a collection of heterogeneous so ਜਦੋਂ ਅਸੀਂ Python ਦੇ ਕੰਟੈਕਸਟ ਦੇ ਵਿੱਚ ਗੱਲ ਕਰਦੇ ਹਾਂ Python ਦੇ ਕੰਟੈਕਸਟ ਦੇ ਵਿੱਚ collections ਦੀ ਗੱਲ ਕਰ ਰਹੇ ਹਾਂ collections are containers that are used to store collection of data और इस टॉपिक ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਸੈਕੰਡ ਚੈਪਟਰ ਦੇ ਵਿੱਚ ਇਹੀ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਕਿਹੜੀ ਡਿਫਰੈਂਟ ਕਲੈਕਸ਼ਨ ਆਫ ਡਾਟਾ ਲਾਈਕ ਲਿਸਟ ਇਜ਼ देयर dictionary is there set is there tuple is dictionary list set and tuple they are all collection of data कुछ orderly collection है orderly means किसी एक particular specific order ਦੇ ਵਿੱਚ कुछ unordered कुछ organized है कुछ unorganized till this point ਅਸੀਂ ਤੁਸੀਂ C ਦੀ ਪ੍ਰੋਗਰਾਮਿੰਗ ਵੀ ਕੀਤੀ ਸੀ C ਦੀ ਪ੍ਰੋਗਰਾਮਿੰਗ ਦੇ ਵਿੱਚ ਪਹਿਲਾਂ ਤੁਸੀਂ C ਦੀ ਪ੍ਰੋਗਰਾਮਿੰਗ ਕੀਤੀ ਸੀ देयर आफ्टर ਤੁਸੀਂ C ਦਾ ਡਾਟਾ ਸਟਰਕਚਰ ਡਾਟਾ ਸਟਰਕਚਰਸ ਦੇ ਵਿੱਚ ਅਸੀਂ ਕੀ ਕੀਤਾ ਸੀ ਸਟੈਕ ਦੀ ਗੱਲ ਕੀਤੀ ਸੀ ਕਿਊ ਦੀ ਗੱਲ ਕੀਤੀ ਸੀ ਲਿੰਕ ਲਿਸਟ ਦੀ ਗੱਲ ਕੀਤੀ ਸੀ ਸਟੈਕ ਦੇ ਵਿੱਚ ਡਾਟਾ ਕਿਸ ਵੇ ਨਾਲ ਸਟੋਰ ਹੁੰਦਾ ਹੈ ਸਟੈਕ ਇਜ਼ ਬੀਇੰਗ ਯੂਜ਼ਡ ਫॉर ਸਟੋਰਿੰਗ ਦਾ ਡਾਟਾ ਸਟੈਕ ਦੇ ਵਿੱਚ ਇਹੀ ਹੈ ਜਿਹੜੀ ਲਾਸਟ ਆਈਟਮ ਪਾਈ ਜਾਂਦੀ ਉਹ ਪਹਿਲਾਂ ਆਊਟ ਹੁੰਦੀ ਹੈ LIF ਲੀਫੋ ਦਾ ਕਨਸੈਪਟ ਫਾਲੋ ਕਰ ਜਦ ਕਿਊ ਦੇ ਵਿੱਚ ਕੀ ਹੈ ਲਾਈਨ ਬਾਈ ਲਾਈਨ ਜਿਹੜੀ ਆਈਟਮ ਫਸਟ ਅਸੀਂ ਇਨਸਰਟ ਕਰਾਂਗੇ ਉਹ ਪਹਿਲਾਂ ਨਿਕਲੇਗੀ that follows the concept in first ਲਿੰਕ ਲਿਸਟ ਦੇ ਵਿੱਚ ਕੀ ਅਸੀਂ ਯੂਜ਼ ਕੀਤਾ ਸੀ ਡਿਫਰੈਂਟ ਕਾਈਂਡ ਦੀ ਲਿੰਕਸ ਨੂੰ ਲਿਸਟ ਨੂੰ ਇੰਡੈਕਸ ਦੇ ਨਾਲ ਆਪਸ ਦੇ ਵਿੱਚ ਲਿੰਕ ਕਰ ਸੋ when it comes to python ਦੇ ਵਿੱਚ ਅਸੀਂ ਡਾਟਾ ਟਾਈਪਸ ਕਰ ਲਏ ਅਸੀਂ ਲੂਪਸ ਕਰ ਲਈਆਂ now comes the important point क्योंकि कोई भी प्रोग्रामिंग लैंग्वेज मैं नहीं गल कर रहा पाइथन दी मैं किसी भी प्रोग्रामिंग लैंग्वेज ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਗੱਲ ਕਰ ਰਹੇ ਹਾਂ each and every programming language का एक ही concept होता है organizing the data in an efficient so collections उस purpose ਨੂੰ resolve कर collections उस purpose ਨੂੰ resolve ਕਰਦੇ है they are container of data that are used to store data और ਅਸੀਂ ਜਿਹੜੇ collections ਦੇ ਵਿੱਚ ਅਸੀਂ basic ਜਿਹੜੇ ਤੁਹਾਡੇ data types ਹੈ ਨਾ what the collections are in the python collections ਦੇ ਵਿੱਚ basic data types ਇਹੀ use ਹੁੰਦੇ ਹੈ first is your list
second is your tuple, third is your sets, and fourth is your dictionary. There are 4 collection data types in Python which are used to store collection of data. लिस्ट भी ਅਸੀਂ यूज करते हैं, ट्यूपल भी यूज करते हैं, सेट भी यूज करते हैं और डिक्शनरी भी यूज करते हैं। पर मैं ਇਹ ਬਰੀਫ ਦੇ ਵਿੱਚ ਇਹਨਾਂ ਨੂੰ ਐਕਸਪਲੇਨ ਕਰਾਂਗਾ। ਹਾਲਾਂਕਿ ਮੈਂ ਤੁਹਾਨੂੰ ਚੈਪਟਰ 2 ਦੇ ਵਿੱਚ ਥੋੜਾ ਡਿਟੇਲ ਚ ਕਰਵਾ ਚੁੱਕੇ ਹਾਂ। ਸਟਿਲ ਮੈਂ ਬਰੀਫ ਦੇ ਵਿੱਚ ਇਹਨਾਂ ਜਿਹੜੀ 4 ਕਾਈਂਡ ਦੀ ਕਲੈਕਸ਼ਨ ਹੈ, I am going to explain all these 4 kind of collection, and thereafter ਇਹਨਾਂ ਕਲੈਕਸ਼ਨਸ ਦੇ ਵਿੱਚ ਕੁਝ ਲਿਮਿਟੇਸ਼ਨਸ ਹੈ। ਉਹਨਾਂ ਲਿਮਿਟੇਸ਼ਨਸ ਨੂੰ ਓਵਰਕਮ ਕਰਨ ਲਈ ਪਾਈਥਨ ਸਾਨੂੰ ਕੀ ਆਫਰ ਕਰਦੀ ਹੈ, ਅਸੀਂ ਉਹ ਵੀ ਗੱਲ ਕਰਾਂਗੇ। In Python, we have got 4 different kind of collections. One is list, tuple, set, and dictionary. ਹੁਣ instead of brief ਦੀ ਗੱਲ ਕਰਾਂ, ਮੈਂ ਤੁਹਾਡੇ ਨਾਲ ਡਿਟੇਲ ਦੀ ਗੱਲ ਕਰਾਂਗਾ। ਲਾਈਕਵਾਈਜ਼ ਦਿਸ ਲਿਸਟ ਮੈਂ ਇਹ ਸੈਕੰਡ ਚੈਪਟਰ ਤੋਂ ਇਹ ਟੌਪਿਕ ਲੈ ਰਿਹਾ। ਸੈਕੰਡ ਚੈਪਟਰ 'ਚ ਇਹ ਮੈਂ ਤੁਹਾਨੂੰ ਨਾਲ ਗੱਲ ਐਕਸਪਲੇਨ ਕੀਤੀ ਸੀ। ਅੱਜ ਮੈਂ ਇਸ ਲੈਕਚਰ ਦੇ ਵਿੱਚ ਇਹਨੂੰ ਮੈਂ ਬਰੀਫ 'ਚ ਐਕਸਪਲੇਨ ਕਰਾਂ। List is an ordered sequence of items. बड़ा important point है। List, like an array, it is an ordered sequence of items. All the items in a list do not need to be of same type. List दियां जिन्नियां भी item है, first point about list is that list is an ordered collection of items. Second point is that ਜਿਹੜੀਆਂ ਸਾਰੀਆਂ ਲਿਸਟ ਦੀ ਆਈਟਮਸ ਹੈ, ਜ਼ਰੂਰੀ ਨਹੀਂ ਹੈ ਇੰਟੀਜਰ ਟਾਈਪ ਹੋ ਗਿਆ, ਕੁਝ ਫਲੋਟ ਵੀ ਹੋ ਸਕਦੀਆਂ, ਕੁਝ ਸਟ੍ਰਿੰਗ ਵੀ ਹੋ ਸਕਦੀਆਂ, ਉਹਨਾਂ ਦਾ ਡਾਟਾ ਟਾਈਪ ਡਿਫਰੈਂਟ। ਪਹਿਲਾ ਇੰਪੋਰਟੈਂਟ ਪੁਆਇੰਟ ਅਬਾਊਟ ਲਿਸਟ, ਇਟ ਇਜ਼ ਐਨ ਆਰਡਰ। ਸੈਕੰਡ ਇੰਪੋਰਟੈਂਟ ਪੁਆਇੰਟ ਅਬਾਊਟ ਲਿਸਟ ਇਜ਼ that ਇਹਦੇ ਵਿੱਚ ਜਿਹੜੀ ਆਈਟਮਸ ਹੈ, ਜ਼ਰੂਰੀ ਨਹੀਂ ਉਹਨਾਂ ਦਾ ਡਾਟਾ ਟਾਈਪ ਸੇਮ ਹੋਵੇ, ਉਹਨਾਂ ਦਾ ਡਾਟਾ ਟਾਈਪ ਡਿਫਰੈਂਟ ਵੀ ਹੋ ਸਕਦਾ ਹੈ। ਤੀਸਰਾ ਇੰਪੋਰਟੈਂਟ ਪੁਆਇੰਟ, ਲਿਸਟ ਇਜ਼ ਬੀਇੰਗ ਡਿਕਲੇਅਰਡ ਵਿਦ square brackets. List is being declared with square brackets. और अगर ਤੁਸੀਂ ਦੇਖੋ ਅਸੀਂ ਪਿਛਲੇ ਚੈਪਟਰ ਚ ਗੱਲ ਕੀਤੀ ਸੀ, ਅਸੀਂ ਲਿਸਟ ਡਿਕਲੇਅਰ ਕੀਤੀ ਸੀ a is equal to list 1, 2.2, 1 is your integer, 2.2 is your decimal or floating point number, Python is your string. a ਇੱਕ ਲਿਸਟ ਹੈ, ਇਸ ਦੇ ਵਿੱਚ ordered ਇੱਕ particular order ਦੇ ਵਿੱਚ collection of items ਹੈ। other point is that ਇਹਨਾਂ ਦੀ items same type ਦੀਆਂ ਨਹੀਂ ਹੋ ਸਕਦੀਆਂ। third point is that list is declared with a square bracket. ਇਹ ਬੜੀ important ਚੀਜ਼ ਹੈ ਜਿਹੜੀ ਮੈਂ list ਦੇ ਕੰਟੈਕਸਟ ਵਿੱਚ ਗੱਲ ਕਰ ਰਹੇ ਹਾਂ, ਐਂਡ ਸੇਮ ਗੱਲ ਅਸੀਂ ਸੈਕੰਡ ਚੈਪਟਰ ਕੀਤੀ ਸੀ। ਮੈਂ ਇਸ ਕਰਕੇ ਇਸ ਚੈਪਟਰ ਥੋੜਾ ਬਰੀਫ ਗੱਲ ਤੁਹਾਡੇ ਨਾਲ ਡਿਸਕਸ ਕਰ ਰਿਹਾ। this is a brief thing that I am going to discuss, क्योंकि slicing operator ਅਸੀਂ ਅੱਗੇ ਕਰ ਚੁੱਕੇ ਹਾਂ ਲਿਸਟ ਦੇ ਵਿੱਚ। lists are mutable, ਇਹ ਬੜਾ important ਹੈ। lists are mutable, meaning that value of elements of a list can be altered. ਇਹ ਬਹੁਤ important point ਹੈ, lists are mutable. second point, tuple. List orderly collection of items. Tuple is an ordered sequence of items same as list. Tuple भी एक ordered sequence है, जिसमें ना list है, उसमें ना tuple है। The only difference is list के context में गल की थी, list is mutable. ਇਹਦੇ ਵਿੱਚ ਕੇਸ ਦੇ ਵਿੱਚ ਕੀ ਹੈ, these are not mutable. ਇੱਕ ਵਾਰੀ ਟਿਊਪਲ ਬਣ ਗਿਆ, ਅਸੀਂ ਉਸ ਟਿਊਪਲ ਨੂੰ ਚੇਂਜ ਨਹੀਂ ਕਰ ਸਕਦੇ, ਅਸੀਂ ਉਸ ਟਿਊਪਲ ਨੂੰ ਮੋਡੀਫਾਈ ਨਹੀਂ ਕਰ ਸਕਦੇ। this is the difference between a list and a tuple. list mutable ਹੈ, this is immutable. tuple protected data ਹੁੰਦਾ ਹੈ। ਇੱਕ ਵਾਰੀ ਟਿਊਪਲ ਦੇ ਵਿੱਚ ਕੁਝ ਡਾਟਾ ਲਿਖਤਾ, ਅਸੀਂ ਉਸ ਡਾਟਾ ਨੂੰ ਚੇਂਜ ਨਹੀਂ ਕਰ ਸਕਦੇ। ਲਿਸਟ ਨੂੰ ਸਕੁਅਰ ਬ੍ਰੈਕਟਸ ਨਾਲ ਡਿਕਲੇਅਰ ਕਰਦੇ ਹਾਂ। ਇਹਦੇ ਨਾਲ ਇਸ ਕੇਸ ਦੇ ਵਿੱਚ ਟਿਊਪਲ ਦੇ ਕੇਸ ਦੇ ਵਿੱਚ we will going to use this particular, and tuples are fast as compared to list. मैं
ਜਿਹੜੇ ਚਾਰ ਕੰਪੋਨੈਂਟਸ ਹੈ ਕਲੈਕਸ਼ਨ ਦੇ ਉਹਨਾਂ ਬਾਰੇ ਬਰੀਫ ਚ ਐਕਸਪਲੇਨ ਕਰ ਰਹੇ ਹਾਂ। ਮੈਂ ਉਹਨਾਂ ਨੂੰ ਬਹੁਤ ਡਿਟੇਲ ਚ ਐਕਸਪਲੇਨ ਨਹੀਂ ਕਰ ਰਿਹਾ ਕਿਉਂਕਿ ਡਿਟੇਲ ਚ ਮੈਂ ਸੈਕੰਡ यूनिट ऑफ सिलेबस ਆਲਰੇਡੀ ਐਕਸਪਲੇਨ ਕਰ ਚੁੱਕਾ ਹੈ। ਅਗਰ ਬਹੁਤ ਡਿਟੇਲ ਚ ਦੇਖਣਾ ਹੈ ਤੁਸੀਂ ਸੈਕੰਡ ਚੈਪਟਰ ਦਾ ਮੇਰਾ ਲੈਕਚਰ ਦੁਬਾਰਾ ਸੁਣ ਸਕਦੇ ਹੋ। ਮੈਂ ਇਸ ਟਾਈਮ ਤੁਹਾਨੂੰ ਐਗਜ਼ਾਮਪਲਸ ਨਹੀਂ ਐਕਸਪਲੇਨ ਕਰ ਰਿਹਾ। नो डाउट दे आर पार्ट ऑफ दिस चैप्टर बट ਅਸੀਂ ਇੱਕ ਆਲਰੇਡੀ ਇਸ ਚੀਜ਼ ਨੂੰ ਕਵਰ ਅਪ ਕਰ ਚੁੱਕੇ ਹਾਂ। ਉਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ, ਉਹਦੇ ਵਿੱਚ ਲਿਸਟ ਵੀ ਪੂਰੀ ਐਕਸਪਲੇਨ ਕੀਤੀ ਹੈ ਵਿਦ ਐਗਜ਼ਾਮਪਲ, ਉਹਦੇ ਵਿੱਚ ਟਿਊਪਲ ਵਿਦ ਐਗਜ਼ਾਮਪਲ ਕੀਤਾ ਹੈ, डिक्शनरी विद एग्जांपल टेक्निक। थर्ड पॉइंट इज योर सेट। सेट इज unordered. List and tuple, they both are ordered. List and tuple, they both are ordered, whereas set is unordered collection of data items. Unique data items. Unique data items. It is defined by curly braces. It is defined by curly braces. The items in set are not ordered. For example, जितना देता है A is equal to 5, 2, 3, 1, 4. These items are not in any particular order. List अलग तरह दी ब्रैकेट यूज कर दी है, ट्यूपल सेपरेट ब्रैकेट यूज कर दी है, सेट ਤੁਹਾਡਾ ਕਰਲੀ ਬ੍ਰੇਸਿਸ ਕਰਦਾ ਹੈ। ਇਸ ਤੋਂ ਅਸੀਂ ਡਿਸਟਿੰਗੁਇਸ਼ ਕਰ ਸਕਦੇ ਹਾਂ ਵੀ ਵੈਦਰ ਦੈਟ ਤੁਹਾਡਾ ਡਾਟਾ ਟਾਈਪ ਤੁਹਾਡਾ ਲਿਸਟ ਹੈ ਜਾਂ ਤੁਹਾਡਾ ਡਾਟਾ ਟਾਈਪ ਟਿਊਪਲ ਹੈ ਜਾਂ ਤੁਹਾਡਾ ਡਾਟਾ ਟਾਈਪ ਸੈਟ ਹੈ। ਐਂਡ ਲਾਸਟ ਵਨ ਜਿਹੜਾ ਅਸੀਂ ਕਲੈਕਸ਼ਨ ਦੇ ਵਿੱਚ ਡਾਟਾ ਟਾਈਪ ਯੂਜ਼ ਕਰਦੇ ਹਾਂ ਦੈਟ ਇਜ਼ ਯੂਰ ਡਿਕਸ਼ਨਰੀ ਡਾਟਾ। Dictionary data type is like set, unordered. It is unordered. List and tuple ordered, set and dictionary unordered. लेकिन डिक्शनरी डाटा टाइप ਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ, ਇਟਸ ਐਨ ਅਨਆਰਡਰਡ ਕਲੈਕਸ਼ਨ ਆਫ ਕੀ ਵੈਲਿਊ। ਕੀ ਵੀ ਦਿੱਤੀ ਜਾਂਦੀ ਹੈ, ਉਹਦੇ ਨਾਲ ਪਾਰਟਿਕੂਲਰ ਵੈਲਿਊ ਦਿੱਤੀ। ਇਟ ਇਜ਼ ਜਨਰਲੀ ਯੂਜ਼ਡ when we have a huge amount of data। ਜਦੋਂ ਸਾਡੇ ਕੋਲ ਬਹੁਤ ਡਾਟਾ ਅਵੇਲੇਬਲ ਹੈ, ਮੈਂ वैसे डिक्शनरी ਦੇ एग्जांपल ਲੈਣਾ ਹੈ। अगर if I got a particular book, कुछ बुक्स अवेलेबल होंगी हैं लाइक दिस बुक इज अवेलेबल, मेरे सामने एक बुक अवेलेबल है। इस बुक ਦੇ ਲਾਸਟ ਆਫ ਦਾ ਬੁੱਕ ਆਮ ਤੌਰ ਤੇ ਇਹਦੇ ਵਿੱਚ ਇੰਡੈਕਸਿੰਗ ਦਿੱਤੀ ਹੁੰਦੀ ਹੈ, ਬਿਬਲੀਓਗ੍ਰਾਫੀ ਦਿੱਤੀ ਹੁੰਦੀ ਹੈ। ਇਫ ਇਟਸ ਬੀਇੰਗ ਵਿਜ਼ੀਬਲ ਔਨ ਯੂਰ ਸਕਰੀਨ, ਕੋਈ ਵੀ ਬੁੱਕ ਦੇਖਣਾ, ਬੁੱਕ ਦੇ ਲਾਸਟ ਦੇ ਵਿੱਚ ਨਾ A B C D E F ਪੂਰੇ, ਲੈਟ ਸਪੋਜ਼ ਮੈਂ ਟਿਊਪਲ ਵਰਡ ਲੱਭਣਾ ਤੇ ਬੁੱਕ ਦੇ ਵਿੱਚ ਟਿਊਪਲ ਵਰਡ ਕਿੱਥੇ ਹੈ, ਮੈਂ ਸਿੱਧਾ T ਤੇ ਜਾਊਂਗਾ, TU ਤੇ ਜਾਊਂਗਾ, ਉਹਦੇ ਸਾਹਮਣੇ ਲਿਖਾ ਹੋਗਾ पेज नंबर, मैं डायरेक्टली उस पर्टिकुलर पेज नंबर पे जंप कर की वो की है ट्यूपल इज द की किस पेज से ਉਹਦਾ डाटा है, आई एम गोइंग टू डायरेक्टली जंप टू दैट पर्टिकुलर। डिक्शनरी ऑर्डर्ड नहीं है, डिक्शनरी अनऑर्डर्ड है। फर्स्ट की ਤੇ ਉਹਦੀ ਵੈਲਿਊ ਦਾ ਕਲੈਕਸ਼ਨ, ਇਟਸ ਅ ਕਲੈਕਸ਼ਨ ਆਫ ਕੀ ਐਜ਼ ਵੈਲ ਐਜ਼ ਇਟਸ ਵੈਲਿਊ। It is generally used when we have got huge amount of data। Or dictionary views ਤੁਹਾਡੇ set ਦੀ ਤਰ੍ਹਾਂ they are being defined with curly braces। They are being defined with curly braces। So ਅਗਰ ਅਸੀਂ collections ਦੀ ਗੱਲ ਕਰੀਏ, collections ਦੇ ਵਿੱਚ ਚਾਰ kind ਦੇ data available ਹੈ। ਇਹ these four kind of data they are being used for collecting the data in Python। मैं जो गल कह रहा ਇਹਨਾਂ ਨੂੰ ਮੈਂ ਅੱਗੇ ਵੀ ਐਕਸਪਲੇਨ ਕੀਤਾ ਹੈ, ਅੱਜ ਮੈਂ ਇਹਨਾਂ ਨੂੰ ਸਿਰਫ ਬਰੀਫਲੀ ਐਕਸਪਲੇਨ ਕੀਤਾ। नो डाउट ਤੁਹਾਡਾ ਲਿਸਟ ਵੀ ਹੈ, ਤੁਹਾਡਾ ਟਿਊਪਲ ਵੀ ਹੈ, ਤੁਹਾਡੀ ਡਿਕਸ਼ਨਰੀ ਵੀ ਹੈ, ਤੁਹਾਡੇ ਕੋਲ ਸੈਟ ਵੀ ਹੈ, ਕੁਝ ਆਰਡਰਡ ਕਲੈਕਸ਼ਨ ਆਫ ਡਾਟਾ ਆਈਟम्स है, कुछ अनऑर्डर्ड कलेक्शन ऑफ डाटा आइटम्स। लेकिन स्टिल पाइथन लाइक डिफरेंट डाटा स्ट्रक्चर्स इट ऑफर्स सर्टेन कलेक्शन मॉड्यूल। कुछ कलेक्शन मॉड्यूल्स ਨੂੰ ऑफर करता है जो कि ਇਹ ਤੁਹਾਡੇ ਚਾਰ ਬੇਸਿਕ ਡਾਟਾ ਸਟਰਕਚਰ ਜਿਹੜੇ ਅਵੇਲੇਬਲ ਹੈ, ਲਿਸਟ, ਟਿਊਪਲ, ਡਿਕਸ਼ਨਰੀ, ਸੈਟ। ਇਹਨਾਂ ਦੇ ਲਿਮਿਟੇਸ਼ਨ ਜਿਹੜੀਆਂ ਵੀ ਹੈ ਉਹਨਾਂ ਨੂੰ ਓਵਰਕਮ ਕਰਨ ਲਈ ਤੁਹਾਡਾ
collections ਦੇ ਵਿੱਚ ਕੁਝ additional modules add ਕੀਤੇ ਜਾਂਦੇ ਹੈ and these additional modules are default dictionary, counter, DQ, name tuple, chain map, order dictionary। जो ਤੁਹਾਡੇ ਚਾਰ data structures ਜਾਂ data elements ਤੁਹਾਡੇ ਕੋਲ collections ਦੇ ਵਿੱਚ available ਹੈ they are being readily used। अगर ਅਸੀਂ कलेक्शन ਦੇ ਕੰਟੈਕਸਟ ਦੇ ਵਿੱਚ ਗੱਲ ਕਰੀਏ कलेक्शन ਦੇ ਕੰਟੈਕਸਟ ਦੇ ਵਿੱਚ ਅਸੀਂ ਸੈਟ ਨਹੀਂ ਯੂਜ਼ ਕਰਨਾ कलेक्शन ਦੇ ਕੰਟੈਕਸਟ ਦੇ ਵਿੱਚ ਅਸੀਂ ਡਿਕਸ਼ਨਰੀ ਯੂਜ਼ ਕਰਨਾ कलेक्शन ਦੇ ਕੰਟੈਕਸਟ ਦੇ ਵਿੱਚ ਅਸੀਂ ਲਿਸਟ ਯੂਜ਼ ਕਰਨਾ कलेक्शन ਦੇ ਕੰਟੈਕਸਟ ਵਿੱਚ ਅਸੀਂ ਟਿਊਪਲ ਯੂਜ਼ ਲਿਸਟ ਟਿਊਪਲ ਦੋਨੋਂ ਆਰਗੇਨਾਈਜ਼ਡ ਆਰਡਰ ਡਾਟਾ ਐਂਡ ਬਾਕੀ ਤੁਹਾਡੇ ਜਿਹੜਾ ਸੈਟ ਐਂਡ ਡਿਕਸ਼ਨਰੀ ਆਣਾ डिक्शनरी किस केस यूज करना जिस केस ਦੇ ਵਿੱਚ ਕੀ ਔਰ ਉਹਦੇ ਨਾਲ ਪਾਰਟਿਕੂਲਰ ਵੈਲਿਊ ਯੂਜ਼ ਕੀਤੀ ਜਾਂਦੀ ਹੈ ਔਰ ਜਿੱਥੇ ਡਾਟਾ ਬਹੁਤ ਲਾਰਜ ਜਿੱਥੇ ਬਹੁਤ ਜ਼ਿਆਦਾ ਡਾਟਾ ਅਵੇਲੇਬਲ ਹੈ ਉਸ ਕੇਸ ਦੇ ਵਿੱਚ ਅਸੀਂ ਡਿਕਸ਼ਨਰੀ ਯੂਜ਼ ਕਰਨਾ ਅਦਰਵਾਈਜ਼ ਅਸੀਂ ਸੈਟ ਨੂੰ ਵੀ ਯੂਜ਼ ਕਰ ਸਕਦੇ ਅਗਰ ਆਨ ਕरें ਸੈਟ ਸੋ ਇਹਨਾਂ ਚਾਰ ਡਾਟਾ ਟਾਈਪਸ ਦੇ ਵਿੱਚ ਜਿਹੜੇ ਕਿ ਅਸੀਂ ਪਾਈਥਨ ਦੇ ਵਿੱਚ ਯੂਜ਼ ਕਰਦੇ ਹਾਂ ਨੋ ਡਾਊਟ ਦੇ ਆਰ ਬੀਇੰਗ ਯੂਜ਼ਡ ਸਟੈਟਿਕਲੀ ਲੇਕਿਨ ਐਟ ਸਰਟਨ ਪੁਆਇੰਟ ਆਫ ਟਾਈਮ ਦੇ ਹੈਵ ਗॉट ਸਰਟਨ ਕਾਈਂਡ ਆਫ ਲਿਮਿਟ ਇਹਨਾਂ ਦੀ ਆਪਣੀ ਲਿਮਿਟੇਸ਼ਨਸ ਹੈ ਉਹਨਾਂ ਲਿਮਿਟੇਸ਼ਨਸ ਨੂੰ ਰਿਮੂਵ ਕਰਨ ਲਈ ਜੋ ਵੀ ਸਾਡੇ ਕੋਲ ਲਿਮਿਟੇਸ਼ਨਸ ਆ ਰਹੀਆਂ ਉਹਨਾਂ ਲਿਮਿਟੇਸ਼ਨਸ ਨੂੰ ਰਿਮੂਵ ਕਰਨ ਲਈ ਕਲੈਕਸ਼ਨ ਦੇ 6 ਮੋਡਿਊਲਸ ਤਾਂ ਨੋ ਡਿਫਾਈਨਡ ਹੈ ਬਟ ਅਸੀਂ ਆਪਾਂ ਤਕਰੀਬਨ 6 ਦੇ ਕਰੀਬ ਡਿਸਕਸ ਕਰਾਂਗੇ ਇਹਨਾਂ ਚ ਇੱਕ ਹੈਗਾ ਡਿਫਾਲਟ ਡਿਕਸ਼ਨਰੀ ਕਾਊਂਟਰ ਇਜ਼ देयर DQ ਇਜ਼ देयर DQ ਚ ਤੁਸੀਂ ਡਾਟਾ ਸਟਰਕਚਰਸ ਪੜਿਆ ਹੋਏਗਾ ਨੇਮ ਟਿਊਪਲ then chain map and order first one this is your default dictionary spelling यही है default dictionary is exactly like a dictionary in Python the default dictionary can contain duplicate values means repeated values as a which हो सकती है the advantage of using the default dictionary is that we can collect elements that belong to same this is an important point ਅਸੀਂ ਹੁਣੇ ਪਹਿਲਾਂ ਡਿਕਸ਼ਨਰੀ ਦੀ ਗੱਲ ਕੀਤੀ ਜਦੋਂ ਅਸੀਂ ਡਿਕਸ਼ਨਰੀ ਦੀ ਗੱਲ ਕਰ ਰਹੇ ਸੀ ਡਿਕਸ਼ਨਰੀ ਦੇ ਕੰਟੈਕਸਟ ਵਿੱਚ ਤੁਹਾਨੂੰ ਇਹ ਗੱਲ ਕਰ ਰਿਹਾ ਸੀ ਹੈ ਕੀ ਵੈਲਿਊ ਕੰਬੀਨੇਸ਼ਨ ਇੱਕ ਪਾਰਟਿਕੂਲਰ ਕੀ ਹੈ ਮੰਨ ਲਓ ਕੀ ਤੁਹਾਡਾ ਰੋਲ ਨੰਬਰ ਕਈ ਵਾਰੀ ਕੁਐਸਚਨ ਪੁੱਛੂਗੇ that what this key value combination is ਇਹਨੂੰ ਵੀ ਛੱਡੋ ਜਿਹੜਾ ਅੱਜਕੱਲ ਬਹੁਤ ਕਾਮਨ ਯੂਜ਼ ਕੀ ਹੈ ਤੁਹਾਡਾ ਆਧਾਰ ਕਾਰਡ is a very common key ਜਿਹੜੇ ਹਰ ਇੰਡੀਅਨ ਸਿਟੀਜ਼ਨ ਕੋਈ ਕਾਰਡ ਹੁੰਦਾ ਹੈ that is ਆਧਾਰ ਕਾਰਡ 12 ਡਿਜਿਟ ਦਾ ਨੰਬਰ ਅਗਰ ਅਸੀਂ ਤੁਹਾਡਾ ਆਧਾਰ ਕਾਰਡ ਫਿਲ ਕਰੀਏ ਉਸ ਤੋਂ ਸਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਤੁਸੀਂ ਕਿਹੜਾ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਤੁਹਾਡਾ ਡਰਾਈਵਿੰਗ ਲਾਇਸੈਂਸ ਕੀ ਹੈ ਤੁਹਾਡੀ 10th ਦੀ ਮਾਰਕਸ਼ੀਟ ਪਲੱਸ 2 ਦੀ ਡਿਪਲੋਮਾ ਦੀ ਡਿਗਰੀ ਦੀ ਈਵਨ ਅਗਰ ਤੁਸੀਂ ਉਹਨਾਂ ਤੋਂ ਆਧਾਰ ਕਾਰਡ ਤੋਂ ਯੂਜ਼ ਕਰਕੇ ਆਪਣਾ ਅੱਜਕੱਲ ਵੈਕਸੀਨੇਸ਼ਨ ਚੱਲ ਗਈ 18 ਪਲੱਸ ਦੀ ਜੇ ਆਪਣਾ ਵੈਕਸੀਨ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਆਧਾਰ ਨੰਬਰ वन की एक की है वो की है ਤੁਹਾਡਾ ਆਧਾਰ ਨੰਬਰ ਔਰ ਉਸ ਕੀ ਨਾਲ ਤੁਹਾਡਾ ਬੈਂਕ ਅਕਾਊਂਟ ਵੀ ਉਹਦਾ ਲਿੰਕ ਹੈ ਅਗਰ ਤੁਸੀਂ ਆਧਾਰ ਨੰਬਰ ਦੇਣਾ ਤੁਹਾਡਾ ਬੈਂਕ ਅਕਾਊਂਟ ਵੀ ਤੁਹਾਡਾ ਟੈਲੀਫੋਨ ਮੋਬਾਈਲ ਨੰਬਰ ਵੀ ਤੁਹਾਡੇ ਆਧਾਰ ਦੇ ਨਾਲ ਲਿੰਕ ਹੈ ਐਂਡ ਆਉਣ ਵਾਲੇ ਟਾਈਮ 'ਚ ਤੁਹਾਡਾ ਵੋਟਰ ਜਿਹੜੀ ਤੁਹਾਡੀ ਵੋਟਸ ਬਣਨੀ ਹੈ ਉਹ ਵੀ ਉਹਦੇ ਨਾਲ ਲਿੰਕ ਹੋਣੀ ਹੈ ਇੱਕ ਕੀ ਮਲਟੀਪਲ ਵੈਲਿਊਜ਼ ਐਸੋਸੀਏਟਡ ਇੱਕ ਕੀ ਦੇ ਨਾਲ ਆਧਾਰ ਕਾਰਡ ਇਜ਼ ਵਨ ਕੀ इस key ਦੇ ਨਾਲ multiple values associated ਹੈ and in coming times each and everything ਤੁਹਾਡੇ ਆਧਾਰ ਦੇ ਨਾਲ ਲਿੰਕ ਹੋਣੀ that's why default dictionary is exactly like a dictionary in Python it can contain duplicate values advantage of using this dictionary is that we can collect elements that belong to the same ਅਸੀਂ ਐਲੀਮੈਂਟਸ ਹੈ ਤੁਹਾਡਾ ਆਧਾਰ ਨੰਬਰ ਦੇ ਨਾਲ ਤੁਹਾਡੇ ਡਿਫਰੈਂਟ ਐਲੀਮੈਂਟਸ ਤੁਹਾਡਾ ਡਰਾਈਵਿੰਗ ਲਾਇਸੈਂਸ ਔਰ ਤੁਹਾਡਾ ਸਕੂਲ ਦਾ ਲਿਵਿੰਗ ਸਰਟੀਫਿਕੇਟ ਤੁਹਾਡਾ 10th ਦਾ ਤੁਹਾਡਾ ਡਿਪਲੋਮਾ ਸਰਟੀਫਿਕੇਟ ਤੁਹਾਡਾ ਡਿਗਰੀ ਸਰਟੀਫਿਕੇਟ ਜੋ ਤੁਹਾਡੇ ਡਾਕੂਮੈਂਟਸ ਅਸੀਂ ਸਾਰੇ ਇਹਦੇ ਨਾਲ it returns a new dictionary like
जो डिक्शनरी डाटा टाइप्स ਦੀ ਲਿਮਿਟੇਸ਼ਨ ਹੈ ਉਸ ਨੂੰ ਰਿਮੂਵ ਕਰਨ ਲਈ ਡਿਫਾਲਟ ਡਿਕਸ਼ਨਰੀ ਨਾਮ ਦਾ ਐਲੀਮੈਂਟ ਇੰਟਰੋਡਿਊਸ ਕੀਤਾ ਹੈ ਪਾਈਥਨ। Default dictionary is a subclass of dictionary, correct? It overrides one method और यदि main ਜਿਹੜੇ ਬਾਕੀ functions ਹੈ ਉਹ dictionary class ਵਾਲੀ ਹੀ ਹੈ जो dictionary ਦੇ functions ਹੈ ਉਹੀ ਇਹਦੇ। second ਤੁਹਾਡਾ ਜਿਹੜਾ element available ਹੈ that is order dictionary। order dictionary ਵੀ dictionary class ਦਾ ਹੀ element ਹੈ। order dictionary ਵੀ dictionary class ਦਾ ਹੀ element ਹੈ ਲੇਕਿਨ difference ਕੀ ਹੈ ਇਹਦੇ ਵਿੱਚ एलिमेंट्स इस ऑर्डर च ऐड किए जाते हैं। इस केस ਦੇ ਵਿੱਚ एलिमेंट्स किस ऑर्डर ਦੇ ਵਿੱਚ ऐड किए जाते हैं उस पर्टिकुलर डिक्शनरी ਦੇ ਵਿੱਚ ਉਸ ਨੂੰ ਮੇਨਟੇਨ ਕੀਤਾ ਜਾਂਦਾ। With an order dictionary, an order of insertion of elements is maintained and the key and values are inserted into a dictionary। ਜਦੋਂ ਅਸੀਂ ਡਿਕਸ਼ਨਰੀ ਦੇ ਵਿੱਚ ਕੀ ਐਂਟਰ ਕਰਦੇ ਹਾਂ ਜਾਂ ਉਹਦੇ ਵਿੱਚ ਐਲੀਮੈਂਟਸ ਐਂਟਰ ਕਰਦੇ ਹਾਂ ਇੱਕ ਪਾਰਟਿਕੂਲਰ ਆਰਡਰ ਦੇ ਵਿੱਚ ਕਿਉਂਕਿ ਜਦੋਂ ਅਸੀਂ ਡਿਕਸ਼ਨਰੀ ਦੀ ਗੱਲ ਕਰ ਰਹੇ ਹਾਂ ਡਿਕਸ਼ਨਰੀ ਇਜ਼ ਐਨ ਅਨਆਰਡਰਡ ਕਲੈਕਸ਼ਨ ਆਫ ਆਈਟਮ। डिक्शनरी is an unordered collection of items जबकि ट्यूपल the list ordered collection of items set or dictionary unordered। so order dictionary ਦੇ ਵਿੱਚ ਜਦੋਂ ਇੱਕ ਅਸੀਂ ਇੰਟਰੋਡਿਊਸ ਕਰਦੇ ਐਲੀਮੈਂਟ ਨੂੰ ਠੀਕ ਹੈ ਇਸ ਐਲੀਮੈਂਟ ਦੇ ਥਰੂ ਅਸੀਂ ਕੀ ਤੇ ਉਹਦੀ ਵੈਲਿਊ ਨੂੰ ਇੱਕ ਪਾਰਟਿਕੂਲਰ ਆਰਡਰ ਦੇ ਵਿੱਚ ਇਨਸਰਟ ਉਸ ਲਈ ਤੁਹਾਡਾ ਆਰਡਰ ਡਿਕਸ਼ਨਰੀ ਆਬਜੈਕਟ ਯੂਜ਼ ਕੀਤਾ। Third one is your counter. The counter collections allow us to keep the count of all items which are inserted into a collection with the key। कितनी item? Counter element ਦਾ ਮਤਲਬ ਹੀ ਹੈ is to count that ਇੱਕ key ਦੇ ਨਾਲ ਕਿੰਨੀਆਂ associated items ਹੈ ਉਸ ਨੂੰ ਕਾਊਂਟ ਕਰਨ ਲਈ ਅਸੀਂ counter element ਨੂੰ use ਕਰਦੇ। अगर एक की है आधार नंबर ਦੇ ਨਾਲ अगर 15 आइटम्स अटैच है या 20 आइटम्स अटैच है वो आइटम्स को काउंट करना for that particular purpose counter is being the counter is the dictionary subclass dictionary ਦੇ ਵਿੱਚ ਹੀ ਹੈ for counting the objects it is the unordered collections where items are stored as dictionary keys ये unordered है काउंटर भी चाहे मैं ऑर्डर डिक्शनरी की गल करा चाहे मैं डिफॉल्ट डिक्शनरी की गल करा और चाहे मैं काउंटर की गल करा ये तीनों दे तीनों जेडे ऑब्जेक्ट्स है ਤੁਹਾਡਾ ਮੇਨ ਡਾਟਾ ਸਟਰਕਚਰ ਜਿਹੜਾ ਤੁਹਾਡਾ ਡਿਕਸ਼ਨਰੀ ਹੈ ਇਹ ਉਹਦੇ ਐਲੀਮੈਂਟਸ ਹੈ ਇਹ ਉਹਦੇ ਅੰਡਰ ਹੀ ਆਉਂਦੇ ਹੈ ਕਾਊਂਟਰ ਤੁਹਾਡੇ ਕਿਸੇ ਪਾਰਟਿਕੂਲਰ ਕੀ ਦੇ ਨਾਲ ਕਿੰਨੇ ਆਈਟਮਸ ਐਸੋਸੀਏਟਿਡ ਹੈ ਉਸ ਨੂੰ ਕਾਊਂਟ ਕਰਨ ਲਈ ਅਸੀਂ ਯੂਜ਼ ਕਰਦੇ ਹਾਂ for that purpose the counter that is used। fourth element ਹੈ ਤੁਹਾਡਾ DQ। DQ ਦਾ ਮਤਲਬ ਕੀ ਹੈ ਤੁਸੀਂ ਕਿਉਂ ਦੇਖੀਏ ਡਾਟਾ ਸਟਰਕਚਰਸ ਅਗਰ ਆਪਾਂ ਫੋਰਥ ਸਮੈਸਟਰ ਚ ਪੜ੍ਹੇ ਹੈ ਫੋਰਥ ਸਮੈਸਟਰ ਦਾ ਡਾਟਾ ਸਟਰਕਚਰ ਦੇ ਵਿੱਚ ਕਿਉਂ ਹੁੰਦੀ ਸੀ ਕਿਉਂ ਚ ਅਸੀਂ ਜਿਹੜੀ ਆਈਟਮ ਇਨਸਰਟ ਕੀਤੀ ਮੰਨ ਲਓ ਕਿਉਂ ਹੈ ਕਿਉਂ ਇੱਕ ਲਾਈਨ ਦੀ ਗੱਲ ਕਰ ਰਹੇ ਹਾਂ ਲਾਈਨ ਦੇ ਵਿੱਚ ਜਿਹੜਾ ਬੰਦਾ ਪਹਿਲਾਂ ਜਾ ਕੇ ਲੱਗੇਗਾ ਉਹਦੀ ਪਹਿਲਾ ਟਰਨ ਆਏਗੀ ਔਰ ਉਹ ਪਹਿਲਾ ਬਾਹਰ ਜਾਏਗਾ ਜਿਹੜਾ ਬੰਦਾ ਲਾਈਨ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਲੱਗਿਆ ਹੈ ਉਹਦੀ ਸਭ ਤੋਂ ਲਾਸਟ ਵਿੱਚ ਟਰਨ ਆਏਗੀ ਔਰ ਉਹ ਸਭ ਤੋਂ ਲਾਸਟ ਵਿੱਚ ਬਾਹਰ ਜਾਏਗਾ ਇਸੇ ਕਰਕੇ ਅਸੀਂ ਕਿਊ ਦੇ ਕੇਸ ਦੇ ਵਿੱਚ ਇਹੀ ਕਿਹਾ ਜਾਂਦਾ ਹੈ FIFO ਫਸਟ ਇਨ ਫਸਟ ਆਊਟ FIFO ਦਾ ਕਨਸੈਪਟ ਫੋਲੋ ਕਰਦੀ ਹੈ ਕਿਊ और स्टैक थोड़ा फॉलो करता है LIFO लास्ट इन फर्स्ट। जो तुसी DQ ਦੀ ਗੱਲ ਕਰਦੇ हैं DQ is a double ended queue मींस दोनों एंड्स ਤੋਂ ਅਗਰ ਅਸੀਂ Q ਦੀ ਗੱਲ ਕਰੀਏ Q ਦੇ ਵਿੱਚ ਇੱਕ ਐਂਡ ਤੋਂ ਐਂਟਰ ਕੀਤਾ ਜਾਂਦਾ ਹੈ ਦੂਸਰੇ ਐਂਡ ਤੋਂ ਐਗਜ਼ਿਟ ਕੀਤਾ ਜਾਂਦਾ ਹੈ whereas DQ ਦੇ ਵਿੱਚ ਕੀ ਹੈ it is a double ended queue which allow us
to add or remove elements from both the ends. Front ਤੋਂ ਵੀ rear ਤੋਂ ਵੀ। Q ਦੇ ਵਿੱਚ ਅਸੀਂ ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ front rear। ਜਿਹੜਾ ਸਭ ਤੋਂ ਅੱਗੇ ਖੜਾ ਉਹਨੂੰ front ਕਹਾਂਗੇ, ਜਿਹੜਾ ਸਭ ਤੋਂ ਪਿੱਛੇ ਖੜਾ ਉਹਨੂੰ ਅਸੀਂ ਕਹਾਂਗੇ rear। ਤੇ DQ ਕੀ ਹੈ? DQ ਦੇ ਵਿੱਚ front rear both are one and the same thing। elements front ਤੋਂ ਵੀ add ਹੁੰਦੇ ਆ, elements rear ਤੋਂ ਵੀ add ਹੁੰਦੇ ਆ। such kind of elements that is being called as DQ, double ended Q, DEQUE, double ended Q, both the ends, front rear ਦੋਨਾਂ ਤੋਂ elements ਨੂੰ ਅਸੀਂ add ਵੀ ਕਰ ਸਕਦੇ ਹਾਂ, front rear ਦੋਨਾਂ ਤੋਂ ਅਸੀਂ elements ਨੂੰ delete ਵੀ ਕਰ ਸਕਦੇ ਹਾਂ। this is also one of the collection elements। और फायदा क्या होता है? GQ की करती है, it enhances the capabilities of a stack or जैसे भी stack और queue की capability enhance करना GQ। then name tuple Python ਦੇ ਵਿੱਚ ਅਸੀਂ list use ਕਰਦੇ ਹਾਂ। list ਕੀ ਹੈ? collection of ordered collection of data items, और ਉਹ ordered collection of data item कुछ data types different हो सकते हैं। array ਦੇ ਵਿੱਚ data item same ਹੁੰਦੇ ਸੀ, लेकिन list ਦੇ ਵਿੱਚ data item different ਹੁੰਦੇ। Python tuples are unchallengeable list। इसका मतलब what this means is that value cannot be given to key which already exists in it। एक की ਜਿਹਨੂੰ already value ਦਿੱਤੀ ਹੈ, value cannot be given to the key, ਉਸ की ਨੂੰ ਦੁਬਾਰਾ value ਨਹੀਂ ਦਿੱਤੀ ਜਾ ਸਕਦੀ ਜਿਹੜੀ tuple ਦੇ ਵਿੱਚ already exist ਹੈ। लेकिन इस लिमिटेशन ਨੂੰ रिमूव ਕਰਨ ਲਈ ਅਸੀਂ named tuple ਦਾ concept follow up ਕਰਦੇ ਹਾਂ। we can convert that tuple to name tuple by assigning the name to the all the values present in it। ਜਿਹੜਾ ਇਹ particular key ਦੀ limitation ਹੈ ਜਿਹੜੀ ਸਾਡੀ normal list ਦੇ ਵਿੱਚ ਜਾਂ tuple ਦੇ ਵਿੱਚ exist ਕਰਦੀ ਹੈ, ਉਸ limitation ਨੂੰ ਅਸੀਂ remove ਕਰਨ ਲਈ ਅਸੀਂ ਇੱਕ ਪੂਰੇ ਦੇ ਪੂਰੇ tuple ਨੂੰ ਹੀ ਇੱਕ ਨਾਮ ਦੇ ਦਿੰਦੇ ਹਾਂ। ਉਹਦੇ ਕਰਕੇ ਡੁਪਲੀਕੇਟ ਵੈਲਿਊਜ਼ ਜਾਂ ਇੱਕ ਕੀ ਨੂੰ ਮਲਟੀਪਲ ਵੈਲਿਊਜ਼ ਅਸੀਂ ਅਸਾਈਨ ਕਰ ਸਕਦੇ। ਨੇਮ ਟਿਊਪਲ ਰਿਟਰਨਸ a tuple with name value for each element in the tuple। and last element ਜਿਹੜਾ ਅਸੀਂ ਇਹਦੇ ਵਿੱਚ ਕਲੈਕਸ਼ਨਸ ਯੂਜ਼ ਕਰਦੇ ਹਾਂ, that is this chain map। chain map is used to encapsulate the dictionary into a single unit। ਸਾਰੀ ਡਿਕਸ਼ਨਰੀਆਂ ਨੂੰ ਇੱਕ ਯੂਨਿਟ ਦੇ ਵਿੱਚ ਐਡ ਕਰਨ ਲਈ ਚੇਨ ਮੈਪ ਯੂਜ਼ ਕੀਤਾ ਜਾਂਦਾ ਹੈ। ਔਰ ਚੇਨ ਮੈਪ ਕੀ ਹੈ? ਇੰਨੀਆਂ ਡਿਕਸ਼ਨਰੀ ਨੂੰ ਜਦੋਂ ਐਡ ਹੀ ਕਰ ਲਿਆ, ਇਟ ਇਜ਼ ਅ ਕਾਈਂਡ ਆਫ ਲਾਇਬ੍ਰੇਰੀ ਮੋਡਿਊਲ ਜਿਹੜਾ ਕਿ ਕਲੈਕਸ਼ਨ ਕਲਾਸ ਦੇ ਵਿੱਚ ਐਗਜ਼ਿਸਟ ਕਰਦਾ। ਚੇਨ ਮੈਪ ਜਿੰਨੀਆਂ ਡਿਕਸ਼ਨਰੀਜ਼ ਤੁਹਾਡੇ ਕੋਲ ਕਲੈਕਸ਼ਨ ਦੇ ਵਿੱਚ ਅਵੇਲੇਬਲ ਹੈ, ਉਹਨਾਂ ਨੂੰ ਕਲੈਕਟ ਕਰਕੇ ਇੱਕ ਡਿਕਸ਼ਨਰੀ ਦੀ ਫਾਰਮ ਇੱਕ ਸਿੰਗਲ ਯੂਨਿਟ ਦੇ ਵਿੱਚ ਬਣਾਉਂਦਾ ਹੈ। ਉਹਦੇ ਕਰਕੇ ਉਹਦੇ ਨਾਲ ਐਡਵਾਂਟੇਜ ਕੀ ਹੁੰਦਾ? ਅਸੀਂ ਉਸ ਚੇਨ ਮੈਪ ਤੋਂ ਡਿਫਰੈਂਟ ਕਾਈਂਡ ਦੇ ਐਲੀਮੈਂਟਸ ਨੂੰ ਇੰਪੋਰਟ। ਸੋ ਦਿਸ ਵਾਸ ਆਲ ਦਾ ਕਲੈਕਸ਼ਨਸ। ਇਹ ਕਲੈਕਸ਼ਨ ਸੀ, ਔਰ ਕਲੈਕਸ਼ਨਸ ਦੇ ਵਿੱਚ ਡਾਟਾ ਐਲੀਮੈਂਟਸ ਕਿਹੜੇ ਹੈ ਔਰ ਉਹਨਾਂ ਦੀ ਕੈਪੇਬਿਲਿਟੀਜ਼ ਨੂੰ ਐਨਹਾਂਸ ਕਰਨ ਲਈ ਕਿਹੜੇ ਡਿਫਰੈਂਟ ਡਾਟਾ ਐਲੀਮੈਂਟਸ ਅਸੀਂ ਡਿਸਕਸ। ਵਿਦ ਦਿਸ ਮੈਂ ਅੱਜ ਦਾ ਪਾਰਟਿਕੂਲਰ ਕਲੈਕਸ਼ਨ ਦਾ ਟੌਪਿਕ ਕੰਪਲੀਟ ਕਰ ਰਿਹਾ। ਥੈਂਕ ਯੂ। ਚਲੋ ਬੱਚੇ ਇੱਦਾਂ ਅਜੇ 5 ਮਿੰਟ ਮੇਰੇ ਕੋਲ ਹੈਗੇ ਆ, ਮੈਂ ਕਿਉਂ ਜਲਦੀ ਲੈਕਚਰ ਕੰਪਲੀਟ ਕੀਤਾ ਮੈਂ ਤੁਹਾਨੂੰ ਉਹਦਾ ਰੀਜ਼ਨ ਦੱਸ ਦਿੰਦਾ। ਇਹ ਜਿਹੜਾ ਟੌਪਿਕ ਹੈ ਨਾ, ਇਹ ਟੌਪਿਕ ਤੁਹਾਡਾ